ਪੀਟੀਸੀ ਨਾਰਥ ਅਮਰੀਕਾ ਦੇ ਵਿੱਚ ਸਵਾਗਤ ਹੈ ਸਾਰੇ ਦਰਸ਼ਕਾਂ ਦਾ। ਮੈਂ ਹਾਂ ਸੁਪ੍ਰੀਤ ਸਿੰਘ ਕਾਲੋਂ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਦੇ ਦੌਰੇ ਤੇ ਗੁਰਨਾਮ ਸਿੰਘ ਦੇ ਵੱਲੋਂ ਬੱਚਿਆਂ ਨੂੰ ਗੁਰਮਤਿ ਗਿਆਨ ਦੇਣ ਦੇ ਲਈ ਲਗਾਏ ਜਾ ਰਹੇ ਨੇ ਕੈਂਪ। ਉਮੀਦਵਾਰਾਂ ਦੀ ਸਾਂਝੀ ਬਹਿਸ ਟੀਵੀ ਤੇ ਕਰਵਾਉਣ ਦੀ ਮੰਗ ਨੂੰ ਪੀਸੀ ਪਾਰਟੀ ਨੇ ਨਕਾਰਿਆ। ਉਮੀਦਵਾਰਾਂ ਦੇ ਵੱਲੋਂ ਕੀਤੀ ਗਈ ਸੀ ਮੰਗ। ओंटारियो ਦੇ ਵਿੱਚ ਅਫੋਰਡੇਬਲ ਹਾਊਸਿੰਗ ਨੂੰ ਲੈ ਕੇ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਫੰਡਿੰਗ ਦਾ ਐਲਾਨ। ਬੇਘਰ ਲੋਕਾਂ ਨੂੰ ਮਿਲਣਗੇ ਘਰ। ਅਤੇ ਟੋਰਾਂਟੋ ਦੀ ਯਾਰਕ ਯੂਨੀਵਰਸਿਟੀ ਦੇ ਵਿਖੇ ਨਸਲੀ ਭੇਦਭਾਵ ਤੇ ਆਧਾਰਿਤ ਇੱਕ ਨਵਾਂ ਪੋਸਟਰ ਜਾਰੀ। ਅਤੇ ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਵਿਦੇਸ਼ ਵਸਦੇ ਮਾਪਿਆਂ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਅਤੇ ਉਹਨਾਂ ਨੂੰ ਇਹ ਚਿੰਤਾ ਰਹਿੰਦੀ ਹੈ ਕਿ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਤੋਂ ਬਚਾ ਕੇ ਇੱਥੇ ਜਵਾਨ ਹੋ ਰਹੇ ਬੱਚਿਆਂ ਨੂੰ ਪੰਜਾਬੀ ਜਿਹੜਾ ਸੱਭਿਆਚਾਰ ਹੈ ਅਤੇ ਗੁਰਮਤਿ ਸਿਧਾਂਤਾਂ ਦੇ ਨਾਲ ਕਿਵੇਂ ਜੋੜਿਆ ਜਾਵੇ। ਇਸੇ ਦੇ ਮੱਦੇਨਜ਼ਰ ਡਾਕਟਰ ਗੁਰਨਾਮ ਸਿੰਘ ਅੱਜ ਕੱਲ੍ਹ ਕੈਨੇਡਾ ਦੇ ਦੌਰੇ ਤੇ ਨੇ ਅਤੇ ਵਿਸ਼ੇਸ਼ ਜਿਹੜਾ ਕੈਂਪ ਲਗਾ ਕੇ ਬੱਚਿਆਂ ਨੂੰ ਜਾਣਕਾਰੀ ਦੇ ਰਹੇ ਨੇ ਅਤੇ ਗੁਰਮਤਿ ਗਿਆਨ ਦਾ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਹੈ। ਆ ਕੇ ਆਪਣੇ ਪੰਜਾਬੀਆਂ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ, ਬਹੁਤ ਵੱਡੀਆਂ ਜਾਇਦਾਦਾਂ ਬਣਾਈਆਂ ਨੇ, ਪਰ ਬੱਚੇ ਜੋ ਨੇ ਵੈਸਟਰਨ ਕਲਚਰ ਦੇ ਵਿੱਚ ਜ਼ਿਆਦਾ ਸਮਾਂ ਰਹਿਣ ਕਰਕੇ ਉਸ ਪਾਸੇ ਜਾ ਰਹੇ ਨੇ। ਇੱਥੇ ਵਾਸਤੇ ਪੇਰੈਂਟਸ ਦੀ ਬਹੁਤ ਵੱਡੀ ਚਿੰਤਾ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਗੁਰਮਤਿ ਸਿਧਾਂਤਾਂ ਦੇ ਨਾਲ ਜੋੜਿਆ ਜਾਵੇ। ਇਸ ਕਰਕੇ ਵੱਖ-ਵੱਖ ਸੰਸਥਾਵਾਂ ਹਮੇਸ਼ਾ ਹੀ ਅਜਿਹੇ ਯਤਨ ਕਰਦੀਆਂ ਰਹਿੰਦੀਆਂ ਹਨ। ਐਡਮਿੰਟਨ ਦੇ ਗੁਰਦੁਆਰਾ ਮਿਲਬੜੀ ਵਿਖੇ ਗੁਰਮਤਿ ਸੰਗੀਤ ਦੇ ਫਾਊਂਡਰ ਮੁਖੀ ਡਾਕਟਰ ਗੁਰਨਾਮ ਸਿੰਘ ਜੀ ਪਹੁੰਚੇ ਹਨ, ਜੋ ਇੱਥੇ ਬੱਚਿਆਂ ਨੂੰ ਗੁਰਮਤਿ ਸੰਗੀਤ ਬਾਰੇ ਜਾਣਕਾਰੀ ਦੇਣਗੇ। ਡਾਕਟਰ ਸਾਹਿਬ, ਤੁਹਾਡਾ ਐਡਮਿੰਟਨ ਦੇ ਨਿੱਘਾ ਸਵਾਗਤ ਹੈ ਜੀ। ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਜੋ ਤੁਹਾਡਾ ਕੈਨੇਡਾ ਦਾ ਫੇਰਾ ਜੋ ਤੁਹਾਡੀ ਕੈਨੇਡਾ ਦੀ ਫੇਰੀ ਹੈ, ਇਹਦੇ ਵਿੱਚ ਤੁਸੀਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੀ ਯੂਨਿਟ ਸਥਾਪਿਤ ਕਰ ਰਹੇ ਹੋ ਅਤੇ ਕਿਸ ਤਰ੍ਹਾਂ ਦੇ ਪ੍ਰਬੰਧ ਕਰ ਰਹੇ ਹੋ ਬੱਚਿਆਂ ਵਾਸਤੇ? ਪੰਜਾਬੀ ਯੂਨੀਵਰਸਿਟੀ ਵਿਖੇ ਮੈਨੂੰ ਗੁਰਮਤਿ ਸੰਗੀਤ ਵਿਭਾਗ ਦਾ ਫਾਊਂਡਰ ਪ੍ਰੋਫੈਸਰ ਹੈੱਡ ਹੋਣ ਦਾ ਮਾਣ ਹੈ ਔਰ ਵਿਸ਼ਵ ਵਿੱਚ ਪੰਜਾਬੀ ਯੂਨੀਵਰਸਿਟੀ ਐਸੀ ਯੂਨੀਵਰਸਿਟੀ ਹੈ ਜਿਹਨੇ ਸਭ ਤੋਂ ਪਹਿਲਾਂ ਗੁਰਮਤਿ ਸੰਗੀਤ ਨੂੰ ਇੱਕ ਸਬਜੈਕਟ ਵਜੋਂ ਇੰਟਰੋਡਿਊਸ ਕੀਤਾ ਔਰ ਅਸੀਂ ਉੱਥੇ ਸਾਡਾ ਇੱਕ ਗੁਰਮਤਿ ਸੰਗੀਤ ਚੇਅਰ ਹੈ ਫॉर ਰਿਸਰਚ ਡਿਪਾਰਟਮੈਂਟ ਆਫ ਗੁਰਮਤਿ ਸੰਗੀਤ ਹੈ ਟੀਚਿੰਗ ਦੇ ਲਈ ਔਰ ਸਾਡੇ ਕੋਲ ਅੰਡਰ ਗ੍ਰੈਜੂਏਟ ਪੋਸਟ ਗ੍ਰੈਜੂਏਟ ਔਰ ਕੋਰਸਿਸ ਨੇ ਔਰ 30 ਸਟੂਡੈਂਟ ਸਾਡੇ ਕੋਲ PhD ਕਰ ਰਹੇ ਨੇ ਗੁਰਮਤਿ ਸੰਗੀਤ ਦੇ ਉੱਤੇ। ਔਰ ਇਹਦੇ ਨਾਲ ਹੀ ਸਾਡੇ ਕੋਲ ਸਾਡਾ ਇੱਕ ਹੋਰ ਡਿਪਾਰਟਮੈਂਟ ਹੈ ਗੁਰਮਤਿ ਗਿਆਨ ਆਨਲਾਈਨ ਟੀਚਿੰਗ ਸੈਂਟਰ। ਉਸ ਦੇ ਵਿੱਚ ਅਸੀਂ ਆਨਲਾਈਨ ਟੀਚਿੰਗ ਕਰਵਾਉਂਦੇ ਹਾਂ ਗੁਰਮੁਖੀ ਦੀ, ਗੁਰਮਤਿ ਸਟੱਡੀਜ਼ ਔਰ ਗੁਰਮਤਿ ਸੰਗੀਤ ਦੀ ਔਰ ਉਹਦੇ ਵੱਖ-ਵੱਖ ਦੇਸ਼ ਦੇ ਵਿੱਚ ਅਸੀਂ ਜਿਹੜੇ ਸੈਂਟਰ ਐਸਟੈਬਲਿਸ਼ ਕਰ ਰਹੇ ਹਾਂ। ਅਮਰੀਕਾ ਵਿੱਚ ਸਾਡੇ 3 ਸੈਂਟਰ ਜਿਹੜੇ ਨੇ ਉਹ ਐਸਟੈਬਲਿਸ਼ ਹੋ ਚੁੱਕੇ ਨੇ। ਔਰ ਜਿਹੜਾ ਫਿਕਰ ਤੁਸੀਂ ਦੱਸ ਰਹੇ ਹੋ ਕਿ ਇੱਥੋਂ ਦੇ ਸਾਡਾ ਜਿਹੜਾ ਵਿਦੇਸ਼ੀ ਪੰਜਾਬੀ ਭਾਈਚਾਰਾ ਹੈ ਉਹਨਾਂ ਦਾ ਬੜਾ ਵੱਡਾ ਫਿਕਰ ਹੈ ਕਿ ਆਉਣ ਵਾਲੀ ਜਨਰੇਸ਼ਨ ਨੂੰ ਉਹ ਆਪਣੇ ਕਲਚਰ ਨਾਲ ਜੋੜਨ ਜਾਂ ਪੰਜਾਬੀ ਵਿਰਸੇ ਨਾਲ ਜੋੜਨ, ਸਿੱਖੀ ਵਿਰਸੇ ਨਾਲ ਜੋੜਨ। ਉਸ ਫਿਕਰ ਨੂੰ ਪੰਜਾਬੀ ਯੂਨੀਵਰਸਿਟੀ ਨੇ ਆਪਣਾ ਫਰਜ਼ ਪਛਾਣਦੇ ਹਾਂ। ਡਾਕਟਰ ਜਸਪਾਲ ਸਿੰਘ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਦੀ ਅਗਵਾਈ ਵਿੱਚ ਅਸੀਂ ਇਹ ਪ੍ਰੋਗਰਾਮ ਜਿਹੜਾ ਹੈ ਉਹ ਲਿਖਿਆ, ਜਿਹਦੇ ਜ਼ਰੀਏ ਅਸੀਂ ਗੁਰਮਤਿ ਗਿਆਨ ਆਨਲਾਈਨ ਟੀਚਿੰਗ ਜਿਹੜੀ ਹੈ ਉਹ ਕਰਵਾਉਂਦੇ ਹਾਂ। ਔਰ ਇਸ ਫੇਰੀ ਦੌਰਾਨ ਮੇਰੇ 2 ਮਕਸਦ ਰਹੇ ਨੇ ਕਿਉਂਕਿ ਮੈਨੂੰ ਉੱਥੇ ਡੀਨ ਅਲੂਮਨੀ ਰਿਲੇਸ਼ਨਸ ਹੋਣ ਦੀ ਸੇਵਾ ਵੀ ਪ੍ਰਾਪਤ ਹੈ ਔਰ ਅਸੀਂ ਜਿੱਥੇ ਜਿਹੜੇ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਅਲੂਮਨਾਈ ਨੇ ਅਸੀਂ ਜਿੱਥੇ ਉਹਨਾਂ ਦੀ ਐਸੋਸੀਏਸ਼ਨ ਇੱਥੇ ਬਣਾ ਰਹੇ ਹਾਂ। ਵੈਨਕੂਵਰ ਦੇ ਵਿੱਚ ਬਣ ਗਈ ਹੈ, ਟੋਰਾਂਟੋ ਵਿੱਚ ਬਣ ਰਹੀ ਹੈ, ਐਡਮਿੰਟਨ ਵਿੱਚ ਅਸੀਂ ਮੀਟਿੰਗ ਕਰਕੇ ਬਣਾ ਰਹੇ ਹਾਂ। ਅਲਬਰਟਾ ਦੇ ਵਿੱਚ ਨਵੇਂ ਪ੍ਰੀਮੀਅਰ ਅਤੇ ਪੀਸੀ ਪਾਰਟੀ ਦੀ ਹੋ ਰਹੀ ਚੋਣ ਦੇ ਵਿੱਚ 3 ਉਮੀਦਵਾਰ ਚੋਣ ਲੜ ਰਹੇ ਨੇ, ਜਿਨ੍ਹਾਂ ਦੇ ਵਿੱਚੋਂ 2 ਉਮੀਦਵਾਰਾਂ ਨੇ ਸਾਰਿਆਂ ਦੀ ਸਾਂਝੀ ਬਹਿਸ ਟੀਵੀ ਤੇ ਕਰਵਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਪੀਸੀ ਪਾਰਟੀ ਦੇ ਵੱਲੋਂ ਨਕਾਰ ਦਿੱਤਾ ਗਿਆ। ਪੇਸ਼ ਹੈ ਖਾਸ ਰਿਪੋਰਟ। ਸੂਬੇ ਅਲਬਰਟਾ ਦੇ ਵਿੱਚ ਸਿਆਸੀ ਗਤੀਵਿਧੀਆਂ ਬਹੁਤ ਤੇਜ਼ੀ ਦੇ ਨਾਲ ਹਰ ਰੋਜ਼ ਵਧ ਰਹੀਆਂ ਨੇ। ਇਸ ਦਾ ਕਾਰਨ ਹੈ ਕਿ ਅਲਬਰਟਾ ਦੇ ਵਿੱਚ ਜੋ ਸੱਤਾਧਾਰੀ ਪਾਰਟੀ ਹੈ ਪੀਸੀ ਪਾਰਟੀ, ਉਸ ਦੀ ਲੀਡਰਸ਼ਿਪ ਦੀ ਰੇਸ ਅਤੇ ਅਲਬਰਟਾ ਦੇ ਪ੍ਰੀਮੀਅਰ ਦੀ ਰੇਸ ਹੋਣ ਜਾ ਰਹੀ ਹੈ, ਜਿਸ ਦੀਆਂ ਵੋਟਾਂ 6 ਸਤੰਬਰ ਨੂੰ ਪੈਣੀਆਂ। ਦਿਨ ਥੋੜ੍ਹੇ ਰਹਿਣ ਕਰ ਜਿਸ ਤਰ੍ਹਾਂ ਇਹ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ, ਉਸੇ ਹੀ ਤਰ੍ਹਾਂ ਇੱਥੇ ਸਿਆਸੀ ਗਤੀਵਿਧੀਆਂ ਬਹੁਤ ਤੇਜ਼ੀ ਦੇ ਨਾਲ ਵਧ ਰਹੀਆਂ। ਇਸ ਰੇਸ ਦੇ ਵਿੱਚ 3 ਉਮੀਦਵਾਰ ਭਾਗ ਲੈ ਰਹੇ ਹਨ, ਜਿਨ੍ਹਾਂ ਦੇ ਵਿੱਚੋਂ 2 ਉਮੀਦਵਾਰ ਨੇ ਮੰਗ ਕੀਤੀ ਆ ਕਿ ਓਪਨ ਫੋਰਮ ਕਰਾਈ ਜਾਵੇ, ਡਿਬੇਟ ਕਰਾਈ ਜਾਵੇ, ਜਿਸ ਦਾ ਲਾਈਵ ਟੈਲੀਕਾਸਟ ਸਾਰੇ ਅਲਬਰਟਾ ਵਾਸੀਆਂ ਦੇ ਸਾਹਮਣੇ ਕੀਤਾ ਜਾਵੇ ਅਤੇ ਜੋ ਇਕੱਠ ਦੇ ਵਿੱਚੋਂ ਲੋਕ ਆਪਣੇ ਆਪਣੇ ਸਵਾਲ ਪੁੱਛ ਸਕਣ, ਕਿਉਂਕਿ ਉਹਨਾਂ ਨੇ ਇਕੱਲਾ ਪੀਸੀ ਪਾਰਟੀ ਦਾ ਲੀਡਰ ਨਹੀਂ ਚੁਣਨਾ, ਉਹਨਾਂ ਨੇ ਅਲਬਰਟਾ ਦੀ ਅਗਵਾਈ ਕਰਨ ਵਾਲਾ ਇੱਕ ਯੋਗ ਪ੍ਰੀਮੀਅਰ ਵੀ ਚੁਣਨਾ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿਸ ਲੀਡਰ ਦੀਆਂ ਕੀ ਪਾਲਿਸੀਜ਼ ਨੇ, ਕਿਹੜਾ ਲੀਡਰ ਅਲਬਰਟਾ ਨੂੰ ਅੱਗੇ ਲੈ ਕੇ ਜਾਣ ਵਾਸਤੇ ਵਧੀਆ ਪਾਲਿਸੀਜ਼ ਪੇਸ਼ ਕਰ ਰਿਹਾ। ਪਰ ਪੀਸੀ ਪਾਰਟੀ ਦੀ ਜੋ ਐਸੋਸੀਏਸ਼ਨ ਆ ਉਸ ਵੱਲੋਂ ਇਸ ਡਿਬੇਟ ਨੂੰ ਜੋ ਕੋਈ ਪੋਜ਼ਿਟਿਵ ਹੁੰਗਾਰਾ ਨਹੀਂ ਦਿੱਤਾ ਗਿਆ।
ਇਹ ਵੀ ਵਰਣਨਯੋਗ ਆ ਕਿ ਇਸ ਤੋਂ ਪਹਿਲਾਂ ਵੀ ਐਥਨਿਕ ਮੀਡੀਆ ਅਤੇ ਮੇਨਸਟ੍ਰੀਮ ਮੀਡੀਆ ਨੇ ਵੀ ਪੀਸੀ ਪਾਰਟੀ ਤੱਕ ਅਪਰੋਚ ਕੀਤੀ ਸੀ ਕਿ ਤਿੰਨਾਂ ਲੀਡਰਸ ਦੀ ਓਪਨ ਫੋਰਮ ਕਰਾਈ ਜਾਵੇ ਜਿੱਥੇ ਵੱਖ-ਵੱਖ ਲੋਕ ਆਪਣੇ ਇਹਨਾਂ ਨੂੰ ਸਵਾਲ ਪੁੱਛ ਸਕਣ, ਪਰ ਪੀਸੀ ਪਾਰਟੀ ਵੱਲੋਂ ਹੁਣ ਤੱਕ ਇਸ ਨੂੰ ਡਿਲੇ ਹੀ ਕੀਤਾ ਗਿਆ। ਜਦੋਂ ਵੀ ਉਹਨਾਂ ਨੇ ਅਪਰੋਚ ਕੀਤੀ ਗਈ ਉਹਨਾਂ ਕਿਹਾ ਕਿ ਇਟਸ ਔਨ ਇਨ ਪ੍ਰੋਸੈਸ, ਇਸ ਕਰਕੇ ਕੋਈ ਆਨਸਰ ਨਾ ਮਿਲਣ ਕਰਕੇ ਹੁਣ ਤੱਕ ਡਿਬੇਟ ਨਹੀਂ ਹੋ ਸਕੀ। ਹੁਣ ਦਿਨ ਬਹੁਤ ਥੋੜੇ ਰਹਿ ਗਏ ਨੇ, 6 ਸਤੰਬਰ ਨੂੰ ਲੀਡਰਸ਼ਿਪ ਦੀਆਂ ਪਹਿਲੀਆਂ ਵੋਟਾਂ ਪੈਣੀਆਂ ਹਨ। ਪੀਸੀ ਪਾਰਟੀ ਦੀ ਲੀਡਰਸ਼ਿਪ ਵਾਸਤੇ ਜੋ 3 ਉਮੀਦਵਾਰ ਚੋਣ ਮੈਦਾਨ ਦੇ ਵਿੱਚ, ਉਹਨਾਂ ਦੇ ਵਿੱਚੋਂ ਰਿਕ ਮੈਕਲੇਵਰ ਤੇ ਥਾਮਸ ਲੁਕਾਜ਼ਕ ਦਾ ਕਹਿਣਾ ਕਿ ਇਹ ਡਿਬੇਟ ਹੋਣੀ ਚਾਹੀਦੀ ਆ, ਅਤੇ ਤੀਸਰੇ ਉਮੀਦਵਾਰ ਜਿਮ ਪ੍ਰਿੰਟਸ ਦਾ ਕਹਿਣਾ ਕਿ ਇਹ ਸਿਰਫ ਪੋਲੀਟੀਕਲ ਸਟੰਟ ਆ, ਇਸ ਦੇ ਵਿੱਚੋਂ ਕੁਝ ਹਾਸਲ ਹੋਣ ਵਾਲਾ ਨਹੀਂ। ਪਰ ਜੋ 2 ਉਮੀਦਵਾਰ ਕਹਿ ਰਹੇ ਨੇ ਕਿ ਇਸ ਡਿਬੇਟ ਦੇ ਨਾਲ ਹਰ ਅਲਬਰਟਾ ਨਿਵਾਸੀ ਸਾਡੇ ਤੱਕ ਸਿੱਧੀ ਅਪਰੋਚ ਕਰ ਸਕੇਗਾ, ਕਿਉਂਕਿ ਉਹ ਸਾਡੀਆਂ ਪਾਲਿਸੀਜ਼ ਤੋਂ ਆਪ ਨਿੱਜੀ ਤੌਰ ਤੇ ਜਾਣੂ ਹੋ ਸਕੇਗਾ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਡਿਬੇਟ ਨੂੰ ਡਿਨਾਈ ਕਰਨ ਦੇ ਵਿੱਚ ਜਿਮ ਪ੍ਰਿੰਟਸ ਨੂੰ ਕੀ ਨਤੀਜੇ ਭੁਗਤਣੇ ਪੈਂਦੇ ਹਨ, ਅਤੇ ਇਹਨਾਂ ਦੋ ਉਮੀਦਵਾਰ ਸਾਂਝੇ ਤੌਰ ਤੇ ਇਸ ਦੀ ਮੰਗ ਕਰ ਰਹੇ ਹਨ, ਇਹਨਾਂ ਨੂੰ ਇਸ ਦਾ ਕੀ ਲਾਭ ਪਹੁੰਚਦਾ। ਅਲਬਰਟਾ ਵਾਸੀ 6 ਸਤੰਬਰ ਨੂੰ ਹੋਣ ਵਾਲੀ ਚੋਣਾਂ ਦੇ ਵਿੱਚ ਆਪਣਾ ਉਮੀਦਵਾਰ ਚੁਣਨ ਦੇ ਵਿੱਚ ਜ਼ਰੂਰ ਸਮਝਦਾਰੀ ਵਰਤਣ ਕਿ ਕਿਹੜਾ ਉਮੀਦਵਾਰ ਅਲਬਰਟਾ ਨੂੰ ਅੱਗੇ ਲੈ ਕੇ ਜਾ ਸਕਦਾ। ਅਸੀਂ ਆਸ ਕਰਦੇ ਹਾਂ ਕਿ ਅਲਬਰਟਾ ਦੇ ਭਲਾਈ ਵਾਲਾ ਉਮੀਦਵਾਰ ਹੀ ਇਹ ਚੋਣ ਜਿੱਤ ਕੇ ਪੀਸੀ ਪਾਰਟੀ ਦਾ ਲੀਡਰ ਬਣੇ ਅਤੇ ਨਾਲ ਦੀ ਨਾਲ ਅਲਬਰਟਾ ਦਾ ਪ੍ਰੀਮੀਅਰ ਬਣੇ। ਗੁਰਪ੍ਰੀਤ ਸਿੰਘ ਮਾੜੀ ਮੇਗਾ, ਪੀਟੀਸੀ ਨਿਊਜ਼, ਐਡਮਿੰਟਨ, ਕੈਨੇਡਾ। ਇਤੇ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਰੁਕ ਕਰਦੇ ਹਾਂ ਅਗਲੀ ਖਬਰ ਦੇ ਵੱਲ। ਓਨਟਾਰੀਓ ਦੇ ਵਿੱਚ ਅਫੋਰਡੇਬਲ ਹਾਊਸਿੰਗ ਨੂੰ ਲੈ ਕੇ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਇਸ ਫੰਡਿੰਗ ਦੀ ਮਦਦ ਦੇ ਨਾਲ ਬੇਘਰ ਲੋਕਾਂ ਦੇ ਲਈ ਹਾਊਸਿੰਗ ਯੂਨਿਟਸ ਬਣਾਉਣ ਦੀ ਤਜਵੀਜ਼ ਹੈ ਅਤੇ ਕੁਝ ਸੋਸ਼ਲ ਪ੍ਰੋਗਰਾਮਸ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪੇਸ਼ ਹੈ ਖਾਸ ਰਿਪੋਰਟ। ਫੈਡਰਲ ਅਤੇ ਓਨਟਾਰੀਓ ਦੀ ਸੂਬਾ ਸਰਕਾਰ ਵੱਲੋਂ ਮਿਲ ਕੇ ਅਫੋਰਡੇਬਲ ਹਾਊਸਿੰਗ ਲਈ ਕਰੀਬ $801 ਮਿਲੀਅਨ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਇਸ ਫੰਡਿੰਗ ਦੀ ਮਦਦ ਨਾਲ ਓਨਟਾਰੀਓ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੇ ਹਾਊਸਿੰਗ ਯੂਨਿਟਸ ਬਣਾਏ ਜਾਣਗੇ ਜਿਨ੍ਹਾਂ ਵਿੱਚ ਸੋਸ਼ਲ ਅਸਿਸਟੈਂਸ ਜਾਂ ਗਰੀਬੀ ਵਿੱਚ ਰਹਿ ਰਹੇ ਲੋਕਾਂ ਲਈ ਹਾਊਸਿੰਗ ਦਾ ਬੰਦੋਬਸਤ ਹੋਵੇਗਾ। Since 2006, we've invested more than $16.5 billion across Canada. In fact, $5.7 billion right here in Ontario for housing. With our partners, the provinces and territories, we've been signing bilateral agreements, like the one that we're going to sign today. In fact, I was just in Whitehorse. I was just in the Yukon a couple of weeks ago to sign an agreement with them. I've been signing agreements across the country, and one of the things that has struck me is how each region of the country needs to have the flexibility to address affordable housing and attainable housing issues their own way. In fact, when I look at the Yukon, when I look at Whitehorse and how they address housing issues, it's very, very different than how downtown Toronto would be addressing affordable housing. Certainly very different than how we would be addressing housing issues in Manitoba. 10,000 affordable units have been built or will be built and repaired to improve the quality of life of its residents. And over 10,200 households are estimated to receive help with their rent or down payment on a first home, that transition that Minister, you and I chatted about before we came into this room. ਟੋਰਾਂਟੋ ਦੇ ਹੀ ਇੱਕ ਸੋਸ਼ਲ ਹਾਊਸਿੰਗ ਯੂਨਿਟ ਵਿੱਚ ਇਸ ਫੰਡਿੰਗ ਦਾ ਐਲਾਨ ਕੀਤਾ ਗਿਆ। ਹਾਊਸਿੰਗ ਯੂਨਿਟ ਦੇ ਅਧਿਕਾਰੀਆਂ ਅਨੁਸਾਰ ਫੰਡਿੰਗ ਮਿਲਣੀ ਤਾਂ ਵਧੀਆ ਗੱਲ ਹੈ, ਪਰ ਉਹ ਚਾਹੁੰਦੇ ਹਨ ਕਿ ਇਸ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾ ਸਕੇ। Housing workers who work here, and it's a pretty steady stream. I think the challenge for our housing workers in finding people home is that there's just no new housing. So not many people move out of the housing they have. So it's I would say every week we're seeing 5 or 6 individuals who are coming who need housing, and we're adding them to the list, but the lists are very, very long. ਇਸ ਦੇ ਨਾਲ ਹੀ ਹਾਊਸਿੰਗ ਯੂਨਿਟ ਵਿੱਚ ਰਹਿ ਰਹੇ ਕੁਝ ਲੋਕਾਂ ਅਨੁਸਾਰ ਸਰਕਾਰ ਨੂੰ ਫੰਡਿੰਗ ਨੂੰ ਸਹੀ ਢੰਗ ਨਾਲ ਵਰਤਣ ਦੀ ਲੋੜ ਹੈ, ਕਿਉਂਕਿ ਮੌਜੂਦਾ ਅਫੋਰਡੇਬਲ ਹਾਊਸਿੰਗ ਯੂਨਿਟਸ ਵਿੱਚ ਬਹੁਤੀਆਂ ਵਧੀਆ ਸਹੂਲਤਾਵਾਂ ਨਹੀਂ ਹਨ। So I'm hoping that they'll use this money that they got to build more affordable housing and not use it to build condominiums. Because like I said, over where between Shooter and Dundas, they tore down a whole bunch of Regent Park buildings, old buildings like 14 Blevins and all that. They tore it all down, and now they're building a big soccer field. Really, we don't need that. We need more housing.
ਇਨਵੈਸਟਮੈਂਟ ਇਨ ਅਫੋਰਡੇਬਲ ਹਾਊਸਿੰਗ ਦੇ ਤਹਿਤ 2011 ਤੋਂ 2014 ਵਿਚਾਲੇ ਕਰੀਬ 1.4 ਬਿਲੀਅਨ ਡਾਲਰਸ ਦੀ ਮਦਦ ਨਾਲ ਕੈਨੇਡਾ ਦੀ ਹਾਊਸਿੰਗ ਅਤੇ ਹੋਮਲੈਸਨੈਸ ਦੀ ਸਮੱਸਿਆ ਨੂੰ ਹੱਲ ਕਰਨ ਦਾ ਟੀਚਾ ਮਿਥਿਆ ਗਿਆ ਸੀ। ਇਹ ਕੈਨੇਡਾ ਦੇ ਇਕਨੋਮਿਕ ਐਕਸ਼ਨ ਪਲਾਨ ਦਾ ਹੀ ਇੱਕ ਹਿੱਸਾ ਹੈ ਅਤੇ ਇਸ ਤਹਿਤ ਹਰ 3 ਸਾਲਾਂ ਵਿੱਚ ਕਰੀਬ 716 ਮਿਲੀਅਨ ਡਾਲਰਸ ਨੂੰ ਅਫੋਰਡੇਬਲ ਹਾਊਸਿੰਗ, ਹੋਮਲੈਸਨੈਸ ਅਤੇ ਸੋਸ਼ਲ ਅਸਿਸਟੈਂਸ ਡਿਵੈਲਪਮੈਂਟ ਲਈ ਵਰਤੇ ਜਾਣ ਦੀ ਤਜਵੀਜ਼ ਹੈ। ਕੈਨੇਡੀਅਨ ਹੋਮਲੈਸਨੈਸ ਰਿਸਰਚ ਨੈਟਵਰਕ ਅਤੇ ਕੈਨੇਡੀਅਨ ਅਲਾਇੰਸ ਟੂ ਐਂਡ ਹੋਮਲੈਸਨੈਸ ਮੁਤਾਬਕ ਇਸ ਸਮੇਂ ਕੈਨੇਡਾ ਵਿੱਚ ਕਰੀਬ 2 ਲੱਖ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਨਾ ਤੇ ਕੋਈ ਨੌਕਰੀ ਹੈ, ਨਾ ਰਹਿਣ ਲਈ ਕੋਈ ਜਗ੍ਹਾ ਅਤੇ ਨਾ ਹੀ ਰੋਜ਼ਮਰਾ ਦੇ ਜੀਵਨ ਦੀਆਂ ਹੋਰ ਸਹੂਲਤਾਵਾਂ। ਉਹਨਾਂ ਮੁਤਾਬਕ ਸਿਰਫ ਅਫੋਰਡੇਬਲ ਹਾਊਸਿੰਗ ਹੀ ਨਹੀਂ ਬਲਕਿ ਸਰਕਾਰ ਨੂੰ ਆਪਣੀ ਸਟ੍ਰੈਟੇਜੀਜ਼ ਨੂੰ ਬਦਲਣ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਹੋਰ ਵਧੇਰੇ ਤਰੀਕੇ ਨਾਲ ਮਦਦ ਕੀਤੀ ਜਾ ਸਕੇ। ਕੈਮਰਾਮੈਨ ਵਿਰੇਂਦਰ ਮਥਾਨ ਦੇ ਨਾਲ ਹਰਨੀਹਾ ਗੁਲਾਟੀ, PTC ਨਿਊਜ਼, ਟੋਰਾਂਟੋ, ਕੈਨੇਡਾ। ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ BBC TV ਰੇਡੀਓ ਦੇ ਵੱਲੋਂ ਪੰਜਾਬੀ ਵਿਰਸਾ ਡੇ ਦਾ ਖਾਸ ਪ੍ਰੋਗਰਾਮ ਵੰਡਰਲੈਂਡ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਆਓ ਪਾਉਂਦੇ ਹਾਂ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਜੋਗਿੰਦਰ ਬੱਸੀ ਦੇ ਨਾਲ ਕੀਤੀ ਗਈ ਖਾਸ ਗੱਲਬਾਤ ਤੇ। ਮੁਬਾਰਕ ਹੋਵੇ ਸਮੁੱਚੀ ਪੰਜਾਬੀ ਭਾਰਤੀ ਕਮਿਊਨਿਟੀ ਨੂੰ ਅਤੇ ਹਿੰਦੁਸਤਾਨ ਦੀ ਕਮਿਊਨਿਟੀ ਨਾਲ ਪਾਕਿਸਤਾਨ ਕਮਿਊਨਿਟੀ, ਕਿਉਂਕਿ ਪਾਕਿਸਤਾਨ ਦਾ ਫਨਕਾਰ ਭੂਮੀ ਮੇਂ ਵੀ ਪੇਸ਼ ਹੋ ਰਿਹਾ ਹੈ। 15,000 ਤੋਂ ਟਿਕਟ ਵਿਕ ਚੁੱਕੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਕੁਝ ਦਿਨ ਪਹਿਲਾਂ ਹੀ ਇਹ ਸੋਲਡ ਆਊਟ ਹੋ ਜਾਵੇਗਾ ਔਰ ਇਸ ਸਾਲ ਦੇ ਵਿੱਚ ਐਮੀ ਵਿਰਕ, ਗੈਰੀ ਸੰਧੂ, ਸ਼ੈਰੀ ਮਾਨ ਤੋਂ ਇਲਾਵਾ ਜੱਸੀ ਗੱਲ, ਬੱਬਰ ਰਾਏ, ਜਿੱਥੇ ਸਰਬਜੀਤ ਚੀਮਾ, ਬਲਬੀਰ ਬੋਪਾ ਰਾਏ, ਰਾਜ਼ਾ ਬਾਠ, ਗੀਤਾ ਬੈਂਸ ਜਿੱਥੇ ਪੇਸ਼ ਹੋਵੇਗਾ, ਅਤੇ ਕੌਰ ਵੀ ਤੁਹਾਡੇ ਲਈ ਅਤੇ ਇੱਕ ਡਿਊਟ ਜੋੜੀ ਦਲਜੀਤ ਅਤੇ ਸਾਡੇ ਮਿੰਟੂ ਤੋਰੀ ਜਿੱਥੇ ਪੇਸ਼ ਹੋ ਰਿਹਾ। ਉੱਥੇ ਬਹੁਮੀ ਦੇ ਨਾਲ ਦੱਸਿਆ ਹੋਵੇਗਾ ਕਿ ਗਿੱਪੀ ਗਰੇਵਾਲ ਦੀ ਪਰਫਾਰਮੈਂਸ ਤੁਸੀਂ ਬੇਹੱਦ ਪਸੰਦ ਕੀਤੀ ਹੈ। ਬਹੁਮੀ ਅਤੇ ਗੈਰੀ ਸੰਧੂ ਪਹਿਲੀ ਵਾਰੀ ਆ ਰਿਹਾ ਹੈ। ਸੋ ਕਮਿਊਨਿਟੀ ਨੂੰ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਤੁਸੀਂ 23 ਅਗਸਤ ਨੂੰ 23 ਕਲਾਕਾਰਾਂ ਨਾਲ ਇਹ ਸ਼ੋਅ ਵੇਖਣ ਆ ਰਹੇ ਹੋ ਅਤੇ ਇੱਕ ਖਿਆਲ ਰੱਖਣਾ ਕਿ ਟਿਕਟ ਜਿਹੜੀ ਹੈ ਇਸ ਵੇਲੇ ਸਿਰਫ $25 ਸਸਤੀ। ਜਦੋਂ ਇਹ ਟਿਕਟਾਂ ਮੁੱਕ ਗਈਆਂ ਤਾਂ ਤੁਹਾਨੂੰ $60 ਟਿਕਟ ਲੈਣੀ ਪਵੇਗੀ। ਸੋ ਮੈਂ ਤੁਹਾਡਾ ਬਹੁਤ ਬਹੁਤ ਰਿਣੀ ਹਾਂ, ਤੁਹਾਡਾ ਧੰਨਵਾਦ ਕਰਦਾ ਕਿ ਇਸ ਸਾਲ ਦੇ ਵਿੱਚ ਜੋ ਤੁਸੀਂ ਸਾਨੂੰ ਪਰਮਾਹ ਕਰਾ ਦਿੱਤਾ। ਆਓ ਫਿਰ ਆਪਾਂ ਮਿਲਦੇ ਹਾਂ 23 ਅਗਸਤ ਨੂੰ। 23 ਕਲਾਕਾਰ ਨੂੰ ਤੁਸੀਂ ਵੇਖੋਗੇ ਕੈਨੇਡਾ ਵੰਡਰਲੈਂਡ ਵਿੱਚ। ਤੁਹਾਡਾ ਸਭ ਦਾ ਬਹੁਤ ਬਹੁਤ ਹਾਰਦਿਕ ਸਵਾਗਤ। ਤੇ ਸਮਾਂ ਹੋ ਗਿਆ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਟੋਰਾਂਟੋ ਦੀ ਨਿਊਯਾਰਕ ਯੂਨੀਵਰਸਿਟੀ ਵਿਖੇ ਨਸਲੀ ਭੇਦਭਾਵ ਤੇ ਆਧਾਰਿਤ ਇੱਕ ਨਵਾਂ ਪੋਸਟਰ ਵੰਡੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਭਾਵੇਂ ਕਿ ਯੂਨੀਵਰਸਿਟੀ ਦੇ ਵੱਲੋਂ ਇਸ ਪੋਸਟਰ ਦੇ ਬਾਰੇ ਕੋਈ ਵੀ ਜਾਣਕਾਰੀ ਨਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਨਾਲ ਹੀ ਯੂਨੀਵਰਸਿਟੀ ਨੇ ਇਸ ਨੂੰ ਨਸਲੀ ਅਪਰਾਧ ਮੰਨਦਿਆਂ ਪੁਲਿਸ ਨੂੰ ਜਾਂਚ ਦੇ ਵਿੱਚ ਸ਼ਾਮਲ ਕਰ ਲਿਆ, ਪਰ ਇਸ ਦੇ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਬਰੈਂਪਟਨ ਤੋਂ ਬਾਅਦ ਹੁਣ ਯਾਰਕ ਯੂਨੀਵਰਸਿਟੀ ਵਿੱਚ ਵੀ ਇੱਕ ਰੇਸਿਸਟ ਫਲਾਇਰ ਦੇ ਵੰਡੇ ਜਾਣ ਦੀ ਖਬਰ ਹੈ। ਇਸ ਤੇ ਯੂਨੀਵਰਸਿਟੀ ਦੇ ਸਟਾਫ ਵੱਲੋਂ ਹੀ ਨਹੀਂ ਬਲਕਿ ਸਟੂਡੈਂਟਸ ਵੱਲੋਂ ਵੀ ਕਾਫੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਪਰ ਉਹਨਾਂ ਦਾ ਮੰਨਣਾ ਹੈ ਕਿ ਜਿਸਨੇ ਵੀ ਇਹ ਹਰਕਤ ਕੀਤੀ ਹੈ ਉਸ ਦੀ ਜਾਂਚ ਕਰਨੀ ਜ਼ਰੂਰੀ ਹੈ ਅਤੇ ਸੋਚ ਸਮਝ ਕੇ ਹੀ ਕੋਈ ਕਦਮ ਚੁੱਕਣਾ ਚਾਹੀਦਾ ਹੈ। Honestly, I think it's like a disgrace what's happening about that, right? Everyone should just come together, make it stop. If one person does it, everyone makes it stop, right? That's basically it. Honestly, well, my first reaction to it was, I can't believe that in a place like York University is known for its multiculturalism. I can't believe that something like this would even be handed out, much less, we're living in Canada, right? Like, this place was built on multiculturalism. It has no place for bigotry like this. Like, I honestly, my first reaction is disbelief. I think that's very discriminative. I think a diverse culture that we live in, we're really blessed to have one because we get to experience like what everybody's about, and then you can see firsthand that not like everything's what it seems, because the media likes to stereotype a lot of different things that alters our perceptions. So I think it's very wrong. Like, I like how Canada is right now. A lot of people disagree, say that we don't have our own nation, whatever. I think, but this is who we are. It's the best place to raise your kids and grow up in. I think it fights against racism and whatnot. When I first heard about the racist flyers that were being posted across this campus, I was actually shocked. I didn't really expect that. I think that the reason why this is happening is because one group is shifting from a majority to a minority, and that kind of that promotes fear within people, and I don't think we should react harshly to it.
ਜ਼ਿਕਰਯੋਗ ਹੈ ਕਿ ਬ੍ਰੈਂਪਟਨ ਵਿੱਚ ਵੰਡੇ ਗਏ ਰੇਸਿਸ ਫਲਾਇਰ ਦੀ ਜ਼ਿੰਮੇਵਾਰੀ ਇਮੀਗ੍ਰੇਸ਼ਨ ਵਾਚ ਕੈਨੇਡਾ ਨਾਮਕ ਇੱਕ ਸੰਸਥਾ ਵੱਲੋਂ ਨਹੀਂ ਲਈ ਗਈ ਸੀ ਅਤੇ ਨਾ ਹੀ ਉਹਨਾਂ ਨੇ ਇਸ ਪੋਸਟਰ ਦੀ ਜ਼ਿੰਮੇਵਾਰੀ ਚੁੱਕੀ ਹੈ। ਦੂਜੇ ਪਾਸੇ ਯਾਰਕ ਯੂਨੀਵਰਸਿਟੀ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਵੀ ਅਜੇ ਤੱਕ ਨਹੀਂ ਪਤਾ ਕਿ ਆਖਿਰ ਕਿਸ ਸੰਸਥਾ ਵੱਲੋਂ ਜਾਂ ਕਿਸ ਨੇ ਇਹ ਪੋਸਟਰ ਡਿਸਟ੍ਰੀਬਿਊਟ ਕੀਤੇ ਹਨ ਅਤੇ ਉਹਨਾਂ ਵੱਲੋਂ ਜਾਂਚ ਜਾਰੀ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਵਰਗੀ ਮਲਟੀਕਲਚਰਲ ਕੰਟਰੀ ਵਿੱਚ ਜਿੱਥੇ ਇੰਨੇ ਲੋਕ ਮਿਹਨਤ ਕਰਦੇ ਹਨ ਅਤੇ ਆਪਣਾ ਭਵਿੱਖ ਬਣਾਉਂਦੇ ਹਨ ਉੱਥੇ ਅਜਿਹੇ ਸੁਨੇਹੇ ਕਿਉਂ ਵੰਡੇ ਜਾ ਰਹੇ ਹਨ। ਕੈਨੇਡਾ ਇੱਕ ਮਲਟੀਕਲਚਰਲ ਕੰਟਰੀ ਹੈ ਅਤੇ ਡਿਫਰੈਂਟ ਰਿਲੀਜਨਸ ਅਤੇ ਸੱਭਿਆਚਾਰਾਂ ਦਾ ਇੱਕ ਬਹੁਤ ਹੀ ਖੂਬਸੂਰਤ ਗੁਲਦਸਤਾ ਹੈ। ਕੈਮਰਾਮੈਨ ਵੀਰੇਂਦਰ ਮਥਾਨ ਦੇ ਨਾਲ ਹਰਨੀਹਾ ਗੁਲਾਟੀ, PTC ਨਿਊਜ਼, ਟੋਰਾਂਟੋ, ਕੈਨੇਡਾ। ਸੋ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਸੁਪ੍ਰੀਤ ਸਿੰਘ ਕਾਲੋਂ ਨੂੰ ਦਿਓ ਇਜਾਜ਼ਤ। ਧੰਨਵਾਦ।